ਹਰ ਖਾਏ ਨਿਕਸੇ ਆਗੂ ਲੈਨ ਹਿਤ ਸਾਦਰ ਮਿਲੇ ਸੋ ਆਏ। ਆਨੰਦਪੁਰ ਸਾਹਿਬ ਨਗਰ ਦੇ ਵਿੱਚ ਪਤਾ ਲੱਗਿਆ ਸੰਗਤਾਂ ਨੂੰ ਕਿ ਗੁਰੂ ਸਾਹਿਬ ਜੀ ਵਾਪਸ ਆ ਰਹੇ ਹਨ। ਤਾਂ ਅੱਗੋਂ ਜਿਹੜੇ ਸਤਿਕਾਰਯੋਗ ਆਗੂ ਸਨ ਸਾਡੇ ਗੁਰੂ ਘਰ ਦੇ ਸੇਵਾਦਾਰ, ਜਿਨ੍ਹਾਂ ਦੀ ਉੱਥੇ ਡਿਊਟੀ ਲਾਈ ਹੋਈ ਸੀ, ਉਹ ਸਾਰੀਆਂ ਸੰਗਤਾਂ ਅੱਗੋਂ ਸਤਿਗੁਰਾਂ ਨੂੰ ਲੈਣ ਆਉਂਦੇ ਹਨ। ਨੀਲੇ ਅਨਕ ਅਕੁਰ ਕੋ ਕਰ ਗੁਰ ਸੋ ਮੇਲਾ। ਔਰ ਅਨੇਕਾਂ ਤਰ੍ਹਾਂ ਦੀਆਂ ਭੇਟਾਵਾਂ ਲੈ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਸਾਹਿਬ ਤੋਂ ਬਾਹਰ ਆ ਕੇ ਮਿਲੇ। ਦਰਸ਼ਨ ਕਉ ਆਨੰਦ ਲੈ ਕਰ ਜਨਮ ਸੁਹੀਲਾ। ਸਤਿਗੁਰਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰਦੇ ਹਨ। ਧੁੰਦ ਪਰਣ ਜੀਤ ਕੀ ਸੁਨ ਸੁਨ ਗਨ ਆਵਹਿ। ਔਰ ਨਗਾਰਾ ਵੱਜਦਾ ਜਾ ਰਿਹਾ ਹੈ, ਦੂਰ ਤੱਕ ਆਵਾਜ਼ ਜਾਂਦੀ ਹੈ, ਕੋ ਦੋ ਕੋ ਤੱਕ। ਇਹ ਆਵਾਜ਼ ਸੁਣ ਕੇ ਨਗਰ ਆਨੰਦਪੁਰ ਦੇ ਲੋਕ ਸਾਰੇ ਸਤਿਗੁਰਾਂ ਦੇ ਵੱਲ ਆ ਗਏ ਜੀ। ਦੌਰ ਦੌਰ ਪੁਰ ਪੌਰ ਤਜ ਦਲ ਜੁਤ ਦਰਸਾਵੇ। ਭੱਜ ਭੱਜ ਕੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਿਕਲ ਗਏ, ਦਲਾਂ ਦੇ ਵਿੱਚ ਰਲ ਗਏ ਜੀ। ਮੰਗਲ ਅਨਕ ਪ੍ਰਕਾਰ ਕੇ ਪੁਰ ਬਿਖੈਰ ਚੰਤੀ। ਔਰ ਨਗਰ ਦੇ ਵਿੱਚ ਸਤਿਗੁਰਾਂ ਦੇ ਵਾਪਸ ਆਉਣ ਤੇ ਬੜੀਆਂ ਖੁਸ਼ੀਆਂ ਮਨਾਉਣ ਦਾ ਇੰਤਜ਼ਾਮ ਕੀਤਾ ਹੈ। ਪੌਰ ਪੌਰ ਪਰ ਸਸਮੁਖੀ ਥਿਰ ਹੋਏ ਦਰਸੰਤੀ। ਇਸ ਤਰ੍ਹਾਂ ਗੁਰੂ ਪਿਆਰਿਓ ਘਰਾਂ ਦੇ ਦਰਵਾਜ਼ਿਆਂ ਦੇ ਉੱਤੇ ਖੜੀਆਂ ਹੋ ਕੇ ਚੰਦਨ ਮੁਖੀ ਬੀਬੀਆਂ, ਮਨੁੱਖ, ਇਸਤਰੀਆਂ, ਬਾਲ ਬੱਚੇ ਲੰਘਦੇ ਹੋਏ ਸਤਿਗੁਰਾਂ ਦੇ ਦਰਸ਼ਨਾਂ ਲਈ ਖੜੇ ਹਨ। ਪਰ ਵਿਛੇ ਪ੍ਰਭੂ ਬਾਜ਼ਾਰ ਮਹਿ ਦੇਖਤ ਨਰ ਨਾਰੀ। ਇਉਂ ਸਤਿਗੁਰੂ ਪਾਤਸ਼ਾਹ ਜੀ ਨਗਰ ਦੇ ਵਿੱਚ ਪ੍ਰਵੇਸ਼ ਕਰ ਗਏ। ਬਾਜ਼ਾਰ ਦੇ ਵਿੱਚੋਂ ਲੰਘਣ ਲੱਗੇ, ਸੰਗਤਾਂ ਦਰਸ਼ਨ ਕਰਕੇ ਨਮਸਕਾਰ ਕਰਦੀਆਂ ਹਨ। ਜਨ ਚਕੋਰ ਜਨ ਚੰਦ ਕੋ ਆਗਮਨ ਵਿਚਾਰੀ। ਜਿਵੇਂ ਚਕੋਰ ਚੰਦਰਮਾ ਨੂੰ ਪਿਆਰ ਕਰਦੀ ਹੈ, ਇਸੀ ਗੁਰੂ ਕੀ ਸੰਗਤ ਸਤਿਗੁਰਾਂ ਦੇ ਆਉਣ ਤੇ ਬੜੇ ਪਿਆਰ ਦੇ ਨਾਲ ਸਾਹਮਣੇ ਆ ਕੇ ਦਰਸ਼ਨ ਕਰਨ ਲੱਗੇ ਜੀ। ਉਸ ਪਰ ਕਉ ਬਰਖਾਵਹੀ ਗੁੰਦਤ ਲੈ ਮਾਲਾ। ਕੋਈ ਹੱਥ ਵਿੱਚ ਗੁੰਦੀਆਂ ਹੋਈਆਂ ਮਾਲਾ ਲੈ ਕੇ ਫੜੇ ਸਤਿਗੁਰਾਂ ਦੇ ਭੇਟ ਕਰ ਰਹੇ ਹਨ, ਤੇ ਕੋਈ ਫੁੱਲਾਂ ਦੀ ਵਰਖਾ ਉੱਪਰੋਂ ਕਰ ਰਿਹਾ ਹੈ। ਗ੍ਰਹਿਣ ਕਰਤ ਲਖ ਭਾਵਕ ਹੋਏ ਹਰਖ ਵਿਸਾਲਾ। ਸਤਿਗੁਰ ਉਹਨਾਂ ਦੀ ਭਾਵਨਾ ਨੂੰ ਗ੍ਰਹਿਣ ਕਰਦੇ ਹੋਏ ਉਹਨਾਂ ਤੋਂ ਹਾਰ ਫੁੱਲਾਂ ਦੇ ਬਣਾਏ ਹੋਏ ਗ੍ਰਹਿਣ ਕਰਦੇ, ਭਾਵ ਪ੍ਰਾਪਤ ਕਰਦੇ ਹਨ। ਚਖ ਵਿਸਤ੍ਰਿਤ ਸਰੂਜ ਤੇ ਸਭ ਕੀ ਦਿਸ਼ ਦੇਖੈ। ਆਪਣੀਆਂ ਵੱਡੇ ਨੇਤਰਾਂ ਦੇ ਨਾਲ, ਖੁੱਲੇ ਨੇਤਰਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਸਾਰੀਆਂ ਸੰਗਤਾਂ ਵੱਲ ਦੇਖਦੇ ਜਾ ਰਹੇ ਹਨ। ਕੁਸ਼ਲ ਪ੍ਰਸ਼ਨ ਸਭ ਸੌ ਕਰ ਹੈ ਦੇ ਮੋਦ ਵਿਸ਼ੇਖੈ। ਉਹ ਜਾਂਦੇ ਜਾਂਦੇ ਟੁਕ ਮਾਤਰ ਸਾਰਿਆਂ ਨਾਲ ਵਿਚਾਰਾਂ ਕਰਦੇ, ਸੁਖ ਸਾਂਦ ਪੁੱਛ ਰਹੇ ਹਨ, ਸੁਖ ਸਾਂਦ ਦੇ ਪ੍ਰਸ਼ਨ ਕਰਦੇ ਹਨ, ਔਰ ਸੰਗਤਾਂ ਨੂੰ ਅਸ਼ੀਰਵਾਦ ਦਿੰਦੇ ਹਨ। ਘਾਟ ਨਕੀਬ ਪੁਕਾਰ ਤੇ ਸਭ ਅਗਰ ਚਲੰਤੇ। ਸਤਿਗੁਰਾਂ ਦੀ ਅੱਗੇ ਅੱਗੇ ਨਕੀਬ ਭੱਟ ਗੁਰੂ ਪਿਆਰਿਓ ਗਾਉਂਦੇ ਹੋਏ, ਔਰ ਕੁਝ ਉਹ ਹੁੰਦੇ ਹਨ ਨਕੀਬ ਜਿਹੜੇ ਹੱਥ ਵਿੱਚ ਚਾਂਦੀ ਦਾ ਜਾਂ ਸੋਨੇ ਦਾ ਡੰਡਾ ਲੈ ਕੇ ਚੱਲਦੇ ਆ। ਉਹ ਅੱਗੋਂ ਅੱਗੋਂ ਰਸਤਾ ਬਣਾਇਆ ਕਰਦੇ ਆ ਰਾਜੇ ਮਹਾਰਾਜਿਆਂ ਅੱਗੇ। ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਵੀ ਅੱਜ ਅਕਾਲ ਤਖਤ ਸਾਹਿਬ ਜੋ ਸੁਭਾ ਮਹਾਰਾਜ ਜੀ ਆਉਂਦੇ ਨੇ, ਹਰਿਮੰਦਰ ਸਾਹਿਬ ਤੱਕ ਜਾਂਦੇ ਹੈ, ਤੇ ਆਪ ਜੀ ਸਾਹਮਣੇ ਉਹਨਾਂ ਦੇ ਅੱਗੇ ਅੱਗੇ ਦੋ ਚਾਂਦੀ ਦੇ ਡੰਡਿਆਂ ਵਾਲੇ ਸਿੱਖ ਦੇਖਦੇ ਹੋਣਗੇ। ਇਹਨਾਂ ਨੂੰ ਨਕੀਬ ਕਹਿੰਦੇ ਨੇ। ਆਨੰਦਪੁਰ ਸਾਹਿਬ ਦੇ ਨਕੀਬ ਜਿਹੜੇ ਭੱਜ ਕੇ ਆ ਗਏ ਹਨ, ਸਤਿਗੁਰਾਂ ਦੇ ਅੱਗੇ ਲੱਗ ਗਏ, ਔਰ ਕਹਿੰਦੇ ਜਾ ਰਹੇ ਹਨ, ਸ਼ਾਹੇ ਸ਼ਹਿਨਸ਼ਾਹ ਦੋ ਜਹਾਨ ਕੇ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆ ਰਹੇ ਹਨ। ਇਹਨਾਂ ਦੇ ਉੱਚੀ ਕਹਿਣ ਦੇ ਨਾਲ ਲੋਕ ਰਸਤਾ ਵੀ ਬਣਾ ਰਹੇ ਹਨ। ਸੁਜਸ ਬਖਾਨਤ ਪ੍ਰਭੂ ਕੋ ਸਭ ਹੂਨ ਸੁਨੰਤੇ। ਇਉਂ ਮਹਿਮਾ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਾਹੇ ਸ਼ਹਿਨਸ਼ਾਹ ਦੋ ਜਹਾਨ ਕੇ ਵਾਲੀ ਕਲਗੀਆਂ ਵਾਲੇ ਬਾਜਾਂ ਵਾਲੇ ਨੀਲੇ ਦੇ ਸ਼ਾਹ ਸਵਾਰ ਆ ਰਹੇ ਹਨ। ਇਉਂ ਵਿਚਾਰਾਂ ਉੱਚੀ ਉੱਚੀ ਬੋਲਦੇ ਹੋਏ ਸਿਫਤਾਂ ਕਰਦੇ ਗੁਰੂ ਸਾਹਿਬ ਨੂੰ ਨਗਰ ਵੱਲ ਲੈ ਜਾ ਰਹੇ ਹਨ। ਪਰ ਵਿਛੈ ਸਤਿਗੁਰ ਦੁਰਗਮ ਹੈ ਜੋ ਬਣਿਓ ਨਵੀਨਾ। ਹੁਣ ਜੋ ਸਤਿਗੁਰਾਂ ਦੇ ਲਈ ਇੱਕ ਨਵਾਂ ਕਿਲੇ ਰੂਪ ਬਣਾਇਆ ਮਹਿਲ, ਹੁਣ ਸਤਿਗੁਰੂ ਪਾਤਸ਼ਾਹ ਜੀ ਉਸ ਕਿਲੇ ਦੇ ਵਿੱਚ ਪ੍ਰਵੇਸ਼ ਕਰਦੇ ਹਨ। ਭਾਂਤ ਭਾਂਤ ਕੇ ਗ੍ਰਹਿ ਰਚੇ ਸੁਖ ਦਾ ਦੁੱਖ
ਦੁੱਤ ਭੀਨਾ। ਉਸ ਕਿਲੇ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਸੁਖ ਦੇਣ ਵਾਲੇ ਕਮਰੇ ਘਰ ਬਣਾਉਣੇ ਕੀਤੇ ਹਨ। ਉੱਤਰ ਤੁਰੰਗਮ ਤੇ ਗਏ ਸੁੰਦਰ ਘਰ ਮਾਹੀ। ਔਰ ਘੋੜੇ ਤੋਂ ਉਤਰ ਕਰਕੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਕਮਰੇ ਅੰਦਰ ਚਲੇ ਗਏ ਜਿੱਥੇ ਇਹਨਾਂ ਦੇ ਰਹਿائش ਦਾ ਇੰਤਜ਼ਾਮ ਕੀਤਾ ਹੈ। ਈਠ ਪਲੰਗ ਕੀ ਪਰ ਥੇਰੇ ਧਰ ਆਯੁਧ ਪਾਹੀ। ਔਰ ਜੋ ਆਪਣਾ ਸੁੰਦਰ ਪਲੰਗਾ ਸਜਾਇਆ ਹੋਇਆ ਉਸ ਦੇ ਉੱਪਰ ਬਿਰਾਜਮਾਨ ਹੋ ਗਏ ਤੇ ਸਰੀਰ ਤੋਂ ਲਾਹ ਕਰਕੇ ਸ਼ਾਸਤਰ ਕਮਾਨ ਬੰਦੂਕ ਆਦਿ ਸ਼ਾਸਤਰ ਸਾਹਮਣੇ ਰੱਖੇ ਹਨ। ਨੰਦ ਚੰਦ ਪ੍ਰੋਹਤ ਦੁਤੀ ਅਰ ਤੀਨੋਂ ਭਰਾਤਾ। ਭਾਈ ਨੰਦ ਚੰਦ ਜੀ ਦੂਸਰੇ ਗੁਰੂ ਪਿਆਰਿਓ ਦਇਆ ਰਾਮ ਪ੍ਰੋਹਤ ਜੋ ਇੱਕ ਜੋਧਾ ਸਤਿਗੁਰਾਂ ਦੇ ਨਾਲ ਔਰ ਭਾਈ ਸੰਗੋ ਸ਼ਾਹ ਹੋਰਿਆਂ ਦੇ ਰਹਿੰਦੇ ਤਿੰਨ ਭਾਈ ਇਹ ਪੰਜੇ ਸਿੱਖ ਨਾਲ ਹਨ। ਆਇਸ ਤੇ ਨਿਜ ਜੇ ਨਿਜ ਨਿਜ ਸੇਵਰ ਉਤਰੇ ਸੁਖ ਦਾਤਾ। ਫਿਰ ਪਾਤਸ਼ਾਹ ਜੀ ਨੇ ਇਹਨਾਂ ਨੂੰ ਵੀ ਹੁਕਮ ਕੀਤਾ ਜਾਓ ਸਿੱਖੋ ਤੁਸੀਂ ਵੀ ਆਰਾਮ ਕਰ ਲਓ। ਸਭ ਸੈਨਾ ਕੇ ਸੂਰਮੇ ਆਏ ਸੋ ਲੁੱਟ ਲਿਆਏ। ਔਰ ਫਿਰ ਜਿਹੜੀ ਫੌਜ ਪਿੱਛੇ ਰਹਿ ਗਈ ਸੀ ਉਹ ਵੀ ਪਹੁੰਚ ਗਈ ਹੈ। ਵਸਤ ਸੰਭਾਰ ਉਤਾਰ ਕਰ ਨਿਜ ਸਿਵਰ ਸੁਹਾਏ। ਔਰ ਸਾਰੀਆਂ ਵਸਤੂਆਂ ਜਿਹੜੀਆਂ ਉਹਨਾਂ ਦੇ ਕੋਲ ਸਨ ਉਹ ਇਕੱਠੀਆਂ ਲਾ ਦਿੱਤੀਆਂ ਤੇ ਆਪੋ ਆਪਣੇ ਤੰਬੂਆਂ ਵਿੱਚ ਕਮਰਿਆਂ ਵਿੱਚ ਆਰਾਮ ਕਰਨ ਲੱਗੇ। ਖਾਨ ਪਾਨ ਕਰ ਜਾਮਨੀ ਹੋਏ ਸੁਪਤ ਬਿਤਾਈ। ਇਉਂ ਰਾਤ ਪੈ ਗਈ ਆ ਸ਼ਾਮਾਂ ਦਾ ਭੋਜਨ ਤਿਆਰ ਹੋਇਆ ਸਭ ਨੇ ਛਕਣਾ ਕੀਤਾ ਹੈ ਜੀ। ਕੇ ਸਕਲ ਸੁਖ ਪਾਏ ਕਰ ਜੋਦਾ ਸਮਦਾਈ। ਇਉਂ ਸਾਰੇ ਯੋਧਿਆਂ ਨੇ ਹੁਣ ਸੁਖ ਲੈਣਾ ਸ਼ੁਰੂ ਕੀਤਾ ਭਾਵ ਆਰਾਮ ਕਰਨ ਲੱਗੇ ਜੀ। ਹੋਈ ਪਰਾਤ ਜਾਗੇ ਪ੍ਰਭੂ ਕਰ ਸੌਚ ਇਸ਼ਨਾਨਾ। ਅੰਮ੍ਰਿਤ ਵੇਲਾ ਹੋਇਆ ਪਾਤਸ਼ਾਹ ਉੱਠੇ ਇਸ਼ਨਾਨ ਆਦਿ ਕੀਤਾ ਹੈ। ਚਾਰ ਘੜੀ ਦਿਨ ਚਰੇ ਤੇ ਨਿਜ ਲਾਏ ਦੀਵਾਨਾ। ਔਰ ਫਿਰ ਗੁਰੂ ਪਿਆਰਿਓ ਉਧਰ ਦੀਵਾਨ ਸਜ ਗਿਆ। ਚਾਰ ਘੜੀਆਂ ਦਿਨ ਚੜਿਆ ਹੈ ਔਰ ਦੀਵਾਨ ਸਜ ਗਿਆ ਹੈ। ਚਾਹੂੰ ਦੇਸ਼ ਕੀ ਗਨ ਸੰਗਤਾ ਇਕੱਠੀ ਪੁਰ ਹੋਈ। ਹੁਣ ਦਸ਼ਾਂ ਦਿਸ਼ਾਵਾਂ ਦੀ ਚਾਰੇ ਪਾਸਿਆਂ ਦੀਆਂ ਸਿੱਖ ਸੰਗਤਾਂ ਪਾਤਸ਼ਾਹ ਨੂੰ ਕਈ ਦਿਨ ਉਧਰ ਲੱਗ ਗਏ ਜਿਹੜੇ ਦਰਸ਼ਨਾਂ ਲਈ ਆਏ ਸਾਨੂੰ ਰੁਕੇ ਹੋਏ ਸਨ ਇੱਥੇ। ਜਦੋਂ ਦੀਵਾਨ ਸਜਿਆ ਹੈ ਤੇ ਸਾਰੀਆਂ ਸੰਗਤਾਂ ਜਿਹੜੀਆਂ ਗੁਰੂ ਸਾਹਿਬ ਜੀ ਦੇ ਕੋਲ ਆਉਣ ਲੱਗੀਆਂ। ਕਰਿਓ ਹੁਕਮ ਅਬ ਆਏ ਕੈ ਦਰਸਹਿ ਸਭ ਕੋਈ। ਸਤਿਗੁਰਾਂ ਨੇ ਸੁਨੇਹਾ ਵੀ ਭੇਜ ਦਿੱਤਾ ਆਜੋ ਭਾਈ ਦੀਵਾਨ ਸਜ ਗਿਆ ਹੈ ਜਿਹਨੇ ਮਿਲਣਾ ਆਜੋ ਮੇਰੇ ਕੋਲ। ਗਇਓ ਮੇਵਰਾ ਸਭਨ ਪਹਿ ਗੁਰ ਆਏ ਸਗਾਈ। ਅਰਦਾਸੀਏ ਨੇ ਜਾ ਕਰਕੇ ਸਾਰੀਆਂ ਸੰਗਤਾਂ ਨੂੰ ਜਿੱਥੇ ਜਿੱਥੇ ਬੈਠੀਆਂ ਸਨ ਦੱਸਣਾ ਕੀਤਾ ਭਾਈ ਗੁਰੂ ਸਾਹਿਬ ਦੀਵਾਨ ਵਿੱਚ ਆ ਗਏ ਹਨ ਆਜੋ ਦਰਸ਼ਨਾਂ ਲਈ। ਸੁਨ ਸਰੋਨਨ ਮਹਿ ਆਨੰਦ ਭਾ ਪੂਰਨ ਸਮੁਦਾਈ। ਔਰ ਇਹ ਬਚਨ ਸੁਣਦਿਆਂ ਹੀ ਸਿੱਖ ਸੰਗਤਾਂ ਨੂੰ ਬੜੀ ਖੁਸ਼ੀ ਹੋਈ ਹੈ। ਸਾਰੇ ਤਿਆਰ ਹੋ ਗਏ ਤੁਰੰਤ। ਨਾਨਾ ਲੀਨ ਉਕੂਰ ਕਾ ਉਤਲਾਵਤ ਆਏ। ਆਪੋ ਆਪਣੇ ਨਗਰਾਂ ਤੋਂ ਜਿਹੜੀਆਂ ਭੇਟਾਵਾਂ ਲੈ ਕੇ ਆਏ ਹਨ ਉਹ ਹੱਥ ਵਿੱਚ ਲਈਆਂ ਜੀ। ਮਨੋ ਤ੍ਰਿਖਾ ਤੁਰ ਤਾਲ ਕੀ ਸੁਧ ਸੁਨ ਕਰ ਧਾਏ। ਜਿਵੇਂ ਕੋਈ ਪਿਆਸਾ ਬਾਣਾ ਪਿਆਸਾ ਮਨੁੱਖ ਪਾਣੀ ਦੇ ਤਲਾਅ ਵੱਲ ਜਾਂਦਾ ਹੈ ਪਾਣੀ ਦੇ ਸਰੋਤ ਵੱਲ ਜਾਂਦਾ ਹੈ ਇਸੇ ਤਰ੍ਹਾਂ ਇਹ ਦਰਸ਼ਨਾਂ ਦੇ ਪਿਆਸੇ ਸਤਿਗੁਰਾਂ ਵੱਲ ਚੱਲੇ ਹਨ। ਚਾਮਰ ਚੱਲਾ ਚੱਲ ਚਾਰ ਹਵੈ ਜਨ ਕਿਰਨ ਸਕੇਲੀ। ਇਸ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਪਰ ਸੁੰਦਰ ਚੌਰ ਝੁੱਲ ਰਿਹਾ ਹੈ ਮਾਨੋ ਕਿ ਸੂਰਜ ਦੀਆਂ ਕਿਰਨਾਂ ਇਕੱਠੀਆਂ ਕੀਤੀਆਂ ਹੋਣ ਜਿਵੇਂ। ਝੂਲਤ ਕਲੰਗੀ ਸੀਸ ਪਰ ਦਮਕਤ ਦੁਤ ਮੇਲੀ। ਔਰ ਧੰਨ ਧੰਨ ਸਤਿਗੁਰੂ ਪਾਤਸ਼ਾਹ ਜੀ ਦੇ ਸੁੰਦਰ ਦਸਤਾਰੇ ਉੱਪਰ ਜਿਹੜੀ ਹੈ ਬਣਾਈ ਹੋਈ ਸੁੰਦਰ ਕਲੰਗੀ ਵਿਰਾਜਮਾਨ ਹੈ ਝੂਲਦੀ ਹੈ ਬੜੀ ਚਮਕਦੀ ਹੈ। ਰੰਗਦਾਰ ਦਸਤਾਰ ਕੋ ਬੰਦੇਜ ਅਨੂਠੋ। ਧੰਨ ਗੁਰੂ ਗੋਬਿੰਦ ਸਿੰਘ ਦਸਤਾਰ ਰੰਗਦਾਰ ਜਿਸ ਦੇ ਜਿਹੜੇ ਹਨ ਪੇਚ ਬੜੇ ਸੁੰਦਰ ਲਾਏ ਨਾ। ਜਿਗਾ ਜਵਾਹਰ ਜਗਮਗੈ ਸ਼ਾਹਰ ਸ਼ਬ ਬੂਠੋ। ਔਰ ਦਸਤਾਰ ਦੇ ਉੱਪਰ ਜਿਗਾ ਜਿਹੜੀ ਕਲੰਗੀ ਤੋਂ ਸ਼ੁਰੂ ਹੋ ਕੇ ਦਸਤਾਰ ਦੇ ਦੋਨੇ ਪਾਸੇ ਹੁੰਦੀ ਹੈ ਹੀਰੇ ਜਵਾਹਰਾਤ ਮੋਤੀਆਂ ਦੀ ਜਗਮਗ ਕਰਦੇ ਹੀਰੇ ਜਵਾਹਰਾਤ ਉਸ ਜਿਗਾ ਦੇ ਵਿੱਚ ਚਮਕਦੇ ਹਨ। ਬਦਨ ਚੰਦ ਅਹਲਾਦ ਕਰ ਮੰਡਲ ਬੜ ਰੂਰਾ। ਔਰ ਇੰਨੀ ਸੁੰਦਰਤਾ ਦੇ ਨਾਲ ਜਿਹੜਾ ਸਤਿਗੁਰਾਂ ਦਾ ਚਿਹਰਾ ਹੈ ਉਸ ਦਸਤਾਰ ਦੇ ਜਿਗਾ ਦੇ ਕਲੰਗੀ ਦੇ ਵਿਚਾਲੇ
ਗੁਰੂ ਪਿਆਰਿਓ ਉਹ ਤਾਂ ਚੰਦਰਮਾ ਤੋਂ ਵੀ ਸੋਹਣਾ ਲੱਗ ਰਿਹਾ ਹੁਣ। ਕੁੰਡਲ ਡੋਲਤ ਕਰਨ ਜੋਗ ਸ਼ੋਭਤ ਗੁਰ ਸੂਰਾ। ਇਉਂ ਸਤਿਗੁਰਾਂ ਦੇ ਸੁੰਦਰ ਸਰੂਪ ਦੀ ਕੌਣ ਮਹਿਮਾ ਕਰਦਾ ਹੈ। ਕਮਲ ਪਾਖਰੀ ਆਂਖ ਜੋਗ ਪੈਨੀ ਜੁਗ ਕੂਰਾ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਨੇਤਰ ਕਮਲ ਦੀ ਪੱਤੀ ਦੀ ਨਿਆਈ ਚੌੜੇ ਨੇਤਰ, ਔਰ ਜਿਨ੍ਹਾਂ ਦੀਆਂ ਕੋਰਾਂ, ਜਿਨ੍ਹਾਂ ਦੀਆਂ ਅੱਖਾਂ ਦੀਆਂ ਕੋਰਾਂ ਬਾਹਰ ਲੀਆਂ, ਜਿੱਧਰ ਦੇਖਦੇ ਹਨ ਲਾਜ ਜਹਾਜ ਕਿਰਪਾ ਭਰੇ ਦੇਖਤ ਸਿੱਖ ਪੂਰਾ। ਮਾਨੋ ਕਿ ਗੁਰੂ ਪਿਆਰਿਓ ਸੰਸਾਰ ਸਮੁੰਦਰ ਦੇ ਵਿੱਚੋਂ ਬਾਹਰ ਕੱਢਣ ਦਾ ਕੰਮ ਕਰਦੀਆਂ ਸਮੁੰਦਰੀ ਭੇੜਾ ਬਣ ਗਈਆਂ। ਕਿਰਪਾ ਕਟਾਖਿਆ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ। ਇਸ ਤਰ੍ਹਾਂ ਲਾਜ ਦੇ ਜਹਾਜ਼ ਕਿਰਪਾ ਦੇ ਭਰੇ ਸਿੱਖਾਂ ਦੇ ਵੱਲ ਜਦੋਂ ਵੇਖਦੇ ਹਨ, ਪਤਾ ਨਹੀਂ ਕਿੰਨੇ ਦੁੱਖਾਂ ਦਾ ਖਾਤਮਾ ਕਰਦੇ ਹਨ। ਸ਼ਾਮਸ ਸਿਆਮ ਸੁੰਦਰ ਗਿਰਦ ਲਾਗੋ ਲਾਗੋ ਸਮੁਦਾਈ। ਹੁਣ ਸੁੰਦਰ ਸਰੂਪ ਚਿਹਰੇ ਦੇ ਦੁਆਲੇ ਕਾਲੇ ਰੰਗ ਦੀ ਛੋਟਾ ਛੋਟਾ ਦਾੜਾ ਜਿਹੜਾ ਹੈ ਉਹ ਵੀ ਫੁੱਟਣਾ ਸ਼ੁਰੂ ਹੋ ਗਿਆ ਹੈ। ਸਹਿਜ ਸੋਚਿਕਵਨ ਕੇਸ਼ ਸ਼ੁਭ ਆਸ ਉਪਮਾ ਗਾਈ। ਔਰ ਚਿਕਨ ਹੁੰਦੀ ਹੈ ਚਮਕਦੇ ਹੋਏ ਕਾਲੇ ਰੰਗ ਦੇ ਚਮਕਦੇ ਹੋਏ ਕੂਲੇ ਕੇ ਸਤਿਗੁਰਾਂ ਦੇ, ਕਿੰਨੇ ਸੁੰਦਰ ਲੱਗਦੇ ਐ। ਉਹ ਕਿਹੜਾ ਹੈ ਜਿਹੜਾ ਇਹਨਾਂ ਦੀ ਸਿਫਤ ਕਰ ਸਕੇ। ਰਤਨ ਉਡਗ ਮੁਖ ਚੰਦ ਢਿੱਗ ਪਸਰਿਓ ਤਮ ਜਾਲਾ। ਐ ਲੱਗਦਾ ਹੈ ਜਿਵੇਂ ਚੰਦਰਮਾ ਦੇ ਆਸੇ ਪਾਸੇ ਗੂੜਾ ਹਨੇਰਾ ਹੋਵੇ। ਕਾਲੇ ਰੰਗ ਦਾ ਦਾੜਾ ਹੈ ਨਾ, ਇਸ ਕਰਕੇ ਮਾਨੋ ਵਿਚਾਲੇ ਚਿਹਰਾ ਜਿਹੜਾ ਹੈ ਚੰਦਰਮਾ ਦੀ ਨਿਆਈ ਹੈ, ਤੇ ਚਾਰ ਛਪੇਲੇ ਹਨੇਰਾ ਜਿਵੇਂ ਫੈਲਿਆ ਹੋਵੇ। ਚੰਦਰਮਾ ਨੂੰ ਹੋਰ ਵੀ ਚਾਰ ਚੰਦ ਲਾਉਂਦਾ ਹੈ ਹਨੇਰੀ ਰਾਤ। ਦਿਪਤ ਦਸਨ ਮੁਸ਼ਕਾਇਨ ਜੁਤ ਜੁਤ ਦੁੱਤ ਚਾਰ ਵਿਸਾਲਾ। ਕਿ ਜਦੋਂ ਮੇਰੇ ਪ੍ਰੀਤਮ ਜੀ ਵਿਚਾਰਾਂ ਕਰਦੇ ਗੱਲਾਂ ਕਰਦੇ ਹੋਏ ਥੋੜੇ ਜਿਹਾ ਮੁਸਕਰਾਉਂਦੇ ਆ ਨਾ, ਤੇ ਗੁਰੂ ਪਿਆਰਿਓ ਮੁਖ ਦੇ ਵਿੱਚ ਜਿਹੜੇ ਦੰਦ ਹਨ ਚਿੱਟੇ ਮੋਤੀਆਂ ਵਰਗੇ, ਉਹ ਹੋਰ ਵੀ ਸੁੰਦਰਤਾ ਵਧਾ ਦਿੰਦੇ ਆ। ਮਨਹੁ ਸੁਰਨ ਕੀ ਸਭਾ ਮਹਿ ਕਮਸ ਕਮਲਾਸਨ ਬੈਸੇ। ਔਰ ਹੁਣ ਮੈਨੂੰ ਇਹ ਸਭਾ ਭਾਈ ਸੰਤੋਖ ਸਿੰਘ ਕਵੀ ਕਹਿੰਦਾ ਇਦਾਂ ਲੱਗ ਰਹੀ ਹੈ ਜਿਵੇਂ ਸਿੱਖ ਜਿਹੜੇ ਹਨ ਉਹ ਦੇਵਤਿਆਂ ਦੇ ਰੂਪ, ਤੇ ਵਿਚਾਲੇ ਉਹਨਾਂ ਦੇ ਕਮਲ ਦੇ ਫੁੱਲ ਉੱਤੇ ਬੈਠੇ ਬ੍ਰਹਮਾ ਦੀ ਨਿਆਈ ਗੁਰੂ ਬੈਠੇ ਹਨ। ਸਿੱਖ ਸੰਗਤ ਕੇ बीच ਪ੍ਰਭ ਸੋਭਤ ਦੁਤ ਐਸੇ। ਸਿੱਖਾਂ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਉਂ ਸ਼ੋਭਦੇ ਹਨ। ਦਰਸ਼ਨ ਕਰ ਕਰ ਬੰਦਨਾ ਗਨ ਅਰਪਤ ਅਕੁਰੈ। ਔਰ ਅਨੇਕਾਂ ਹੀ ਸਿੱਖ ਸੰਗਤਾਂ ਆਪਣੀਆਂ ਭੇਟਾਵਾਂ ਅਰਪਣ ਕਰਦੀਆਂ ਤੇ ਦਰਸ਼ਨ ਕਰਨ ਲੱਗੀਆਂ ਜੀ। ਬੈਠਤ ਹੈ ਚਹੂ ਦਿਸ਼ਾ ਮਹਿ ਦੋਨੋਂ ਕਰ ਜੂਰੈ। ਔਰ ਫਿਰ ਜਿੱਥੇ ਕਿਸੇ ਨੂੰ ਥਾਂ ਮਿਲਦਾ ਸਤਿਗੁਰਾਂ ਦੇ ਚਾਰੇ ਪਾਸੇ ਬੈਠਣ ਲੱਗੇ। ਜਸ ਜਸ ਧਰ ਧਰ ਭਾਵਨਾ ਸਤਿਗੁਰ ਦਰਸ਼ਨ ਤੇ। ਹਾਂ, ਜੋ ਜੈਸੀ ਜੈਸੀ ਭਾਵਨਾ ਲੈ ਕੇ ਆਇਆ ਦਰਸ਼ਨ ਕਰ ਰਿਹਾ ਹੈ। ਤਸ ਤਸ ਪੁਰਵਤ ਸੰਗਤਾਂ ਅਰਦਾਸ ਕਰਨ ਤੇ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀਆਂ ਸਾਰਿਆਂ ਦੀਆਂ ਉਹ ਆਸਾਂ ਪੂਰੀਆਂ ਕਰ ਰਹੇ ਹਨ। ਕਈ ਗੁਪਤ ਲੈ ਕੇ ਬੈਠੇ ਆ ਤੇ ਕਈ ਮੇਵੜੇ ਅਰਦਾਸੀਏ ਕੋਲੋਂ ਅਰਦਾਸ ਕਰਾਉਂਦੇ ਆ। ਭਾਵ ਉਹ ਮੇਵੜਾ ਅਰਦਾਸੀਆ ਕਿਧਰ ਇੱਕ ਉਧਰ ਦੋ ਖੜਦੇ ਆ ਔਰ ਸੰਗਤਾਂ ਦੀ ਲੈਣ ਲੱਗ ਜਾਂਦੀ ਹੈ। ਔਰ ਅਰਦਾਸੀਏ ਜਿਹੜੇ ਹਨ ਪਾਤਸ਼ਾਹ ਨੂੰ ਅਰਦਾਸ ਕਰਦੇ, ਭਾਵ ਦੱਸਦੇ ਹਨ ਮਹਾਰਾਜ ਸਿੱਖ ਆ ਬੇਨਤੀ ਕਰਦਾ ਹੈ, ਤੇ ਸਤਿਗੁਰੂ ਤੁਰੰਤ ਪੂਰੀ ਕਰਦੇ ਹਨ। ਕਿਰਪਾ ਦ੍ਰਿਸ਼ਟ ਸਭ ਹੂਨ ਕੀ ਪਾ ਸਭ ਹੂਨ ਪਰ ਡਾਰਤ ਦਿਸ਼ ਚਾਰੇ। ਇਹੋ ਮੇਰੇ ਪ੍ਰੀਤਮ ਜੀ ਪਲੰਘੇ ਤੇ ਵਿਰਾਜਮਾਨ, ਸਿੰਘਾਸਨ ਤੇ ਵਿਰਾਜਮਾਨ ਚਾਰ ਛਪੇਰੇ ਸਿੱਖਾਂ ਦੇ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਪਾ ਰਹੇ ਹਨ। ਮਨਹੁ ਸ੍ਰੇਸ਼ਟ ਕਰ ਉਤਪਤੀ ਬਿਦ ਤਿਨਹੁ ਨਿਹਾਰੇ। ਮਾਨੋ ਬ੍ਰਹਮਾ ਆਪਣੀ ਬਣਾਈ ਸ੍ਰਿਸ਼ਟੀ ਨੂੰ ਜਿਵੇਂ ਦੇਖਦਾ ਹੋਵੇ। ਜਾਮ ਥੇਰੇ ਵਿੱਚ ਸਭਾ ਕੇ ਦਰਸ਼ਨ ਕੋ ਦੀਨਾ। ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਇੱਕ ਪਹਿਰ 3-4 ਘੰਟੇ ਸਭਾ ਵਿੱਚ ਬੈਠ ਕੇ ਸਿੱਖ ਸੰਗਤਾਂ ਨੂੰ ਮਿਲਦੇ ਰਹੇ, ਦਰਸ਼ਨ ਦਿੰਦੇ ਰਹੇ ਜੀ। ਕਰ ਨਿਹਾਲ ਤਬ ਸੰਗਤਾਂ ਉਠਬੇ ਮਨ ਕੀਨਾ। ਇਉਂ ਸੰਗਤਾਂ ਨੂੰ ਨਿਹਾਲ ਕੀਤਾ ਹੈ। ਫਿਰ ਪਾਤਸ਼ਾਹ ਜੀ ਨੇ
ਇਥੋਂ ਉੱਠਣ ਦੀ ਸਲਾਹ ਕੀਤੀ ਹੈ। ਆਪਨ ਸਦਨ ਮਹਿ ਪੁਨ ਗਏ ਬੈਠੇ ਗੁਣ ਖਾਨੀ। ਫਿਰ ਆਪਣੇ ਮਹਿਲਾਂ ਵਿੱਚ ਚਲੇ ਗਏ, ਆਪਣੇ ਪਲੰਗੇ ਤੇ ਜਾ ਬੈਠੇ ਜੀ। ਭੋਜਨ ਥਾਰ ਪਰੁਸਿਓ ਆਨਿਓ ਤੇ ਥਾਨੀ। ਔਰ ਲਾਂਗਰੀ ਸਿੰਘਾਂ ਨੇ ਗੁਰੂ ਕਿਆਂ ਲਈ ਲੰਗਰ ਤਿਆਰ ਕੀਤਾ, ਜੋ ਭੋਜਨ ਦਾ ਸਥਾਨ ਲਾ ਕਰਕੇ ਸਤਿਗੁਰਾਂ ਦੇ ਕੋਲ ਲੈ ਜਾਂਦਾ ਹੈ। ਜਿਉ ਸਵਾਦ ਮਨ ਭਾਵ ਤੇ ਸ਼ੁੱਧ ਤੇ ਤ੍ਰਿਪਤਾਏ। ਇਸ ਤਰ੍ਹਾਂ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਜੀ ਨੇ ਲੋੜ ਮੁਤਾਬਕ ਜੋ ਛਕਣਾ ਸੀ ਉਹ ਛਕਣਾ ਕੀਤਾ ਹੈ ਜੀ। ਚੜੇ ਢਰੇ ਦੁਰਪਹਿਰੇ ਸਤਿਗੁਰੂ ਲੋਚਨ ਅਲਸਾਏ। ਇਸ ਤਰ੍ਹਾਂ ਗੁਰੂ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਭੋਜਨ ਛਕਿਆ ਔਰ ਫਿਰ ਜਿਹੜਾ ਹੈ ਆਰਾਮ ਕਰਨ ਲੱਗੇ। ਢਲੇ ਦੁਪਹਿਰੇ ਫਿਰ ਉੱਠ ਖੜੇ ਜੀ। ਔਡੇ ਮ੍ਰਿਦਲ ਪ੍ਰਿਅੰਕ ਪਰ ਕੁਛ ਕੀਨ ਆਰਾਮੂ। ਇਸ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫਿਰ ਆਪਣੇ ਪਲੰਗੇ ਤੇ ਕੁਝ ਸਮਾਂ ਆਰਾਮ ਕਰਨ ਲੱਗੇ। ਸਵਾ ਜਾਮ ਦਿਨ ਕੇਦ ਰਹੇ ਜਾਗੇ ਸੁਖ ਧਾਮੂ। ਇਸ ਤਰ੍ਹਾਂ ਗੁਰੂ ਪਿਆਰਿਓ ਫਿਰ ਸਵਾ ਪਹਿਰ ਰਹਿੰਦੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਠ ਖੜੇ ਹਨ। ਤੇਰੀ ਬਦਾਮਨ ਆਦ ਗਾਨ ਰਗੜੀ ਸ਼ਰਦਾਈ। ਇਸ ਤਰ੍ਹਾਂ ਫਿਰ ਪਿਛਲੇ ਪਹਿਰ ਜੋ ਸਤਿਗੁਰਾਂ ਦੇ ਹੁਕਮ ਮੁਤਾਬਕ ਪਿਸਤੇ ਆਦਿਕ ਬਦਾਮ ਪਾ ਕੇ ਤੇ ਸ਼ਰਦਾਈ ਰਗੜੀ ਜਾਂਦੀ ਸੀ। ਮੈਂ ਬੇਨਤੀ ਕਰਦਾ ਕਿ ਉਦੋਂ ਚਾਹ ਦੇ ਮਾਹੌਲ ਨਹੀਂ ਸਨ, ਬੜਾ ਸੁੰਦਰ ਮਾਹੌਲ ਸੀਗਾ। ਲੋਕ ਦੁੱਧ ਲੱਸੀ ਦਹੀਂ ਆਦਿ ਖਾਂਦੇ ਸਨ। ਦੁਪਹਿਰ ਦਾ ਸਮਾਂ ਜੇ ਗਰਮੀ ਹੁੰਦੀ ਤੇ ਸ਼ਰਦਾਈ ਜੋ ਭਜਨ ਬੰਦਗੀ ਕਰਨ ਵਾਲਿਆਂ ਦੇ ਦਿਮਾਗ ਨੂੰ ਆਰਾਮ ਬਖਸ਼ਦੀ ਹੈ ਉਹ ਰਗੜੀ ਜਾਂਦੀ ਹੈ। ਤਾਂ ਪਿਛਲੇ ਪਹਿਰ ਉਹ ਸ਼ਰਦਾਈ ਬਦਾਮ ਪਿਸਤੇ ਕਾਜੂ ਮੇਵੇ ਆਦਿ ਪਾ ਕਰਕੇ ਰਗੜਨ ਲੱਗੇ ਜੀ। ਪਿਸਤੇ ਆਦਿਕ ਜਿਹੇ ਅਧਿਕ ਤਿਸ ਬੀਚ ਕੁਟਾਈ। ਬਹੁਤ ਸਾਰੇ ਪਿਸਤੇ ਅਤੇ ਗੁਰੂ ਪਿਆਰਿਓ ਮਗਜ ਪਾਏ ਜਾਂਦੇ ਐ ਸਰੀਰ ਨੂੰ ਤਾਕਤ ਦੇਣ ਵਾਲੇ। ਆਨੀ ਦਾਸਨ ਤਿਆਰ ਕਰ ਪਿਖ ਹੁਕਮ ਬਖਾਨਾ। ਇਸ ਤਰ੍ਹਾਂ ਸੇਵਕਾਂ ਨੇ ਜਿਹੜਾ ਹੈ ਉਹ ਭੇਟ ਕੀਤੀ ਹੈ ਸਤਿਗੁਰਾਂ ਦੇ ਕੋਲ ਲੈ ਆਉਣੀ ਕੀਤੀ ਜੀ। ਬਹੁਤ ਤਾਰੀਫ ਸਿੱਖ ਨੇ ਕਰੀ ਸੋ ਕੁਛ ਮਝਾਰਾ। ਤਾਂ ਜਦੋਂ ਸਤਿਗੁਰਾਂ ਦੇ ਕੋਲ ਇਹ ਸ਼ਰਦਾਈ ਰਗੜ ਕਰਕੇ ਲਿਆਉਣੀ ਕੀਤੀ, ਸਿੱਖ ਨੇ ਸਤਿਗੁਰਾਂ ਨੂੰ ਛਕਾਉਣੀ ਕੀਤੀ ਹੈ। ਬਾਨੋ ਇਹਾ ਨਿਕਾਸ ਕਰ ਜਿਸ ਅਮਲ ਕਰਾਰਾ। ਕਹਿਣ ਲੱਗੀ ਸ਼ਰਦਾਈ ਤੁਹਾਡੀ ਬੜੀ ਸੁੰਦਰ ਹੈ, ਬਹੁਤ ਸੁੰਦਰ ਬਣੀ ਹੈ ਭਾਈ, ਲਿਆਓ ਛਕੀਏ। ਕੋਸ਼ ਪਟੇਗ ਸੇਵਕ ਗਇਓ ਸਭ ਬਾਤ ਜਨਾਈ। ਆਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਕੋਸ਼ ਭਾਵ ਖਜ਼ਾਨਚੀ ਦੇ ਕੋਲੋਂ ਉਹ ਜਿਹੜਾ ਛਕਣ ਵਾਲੀਆਂ ਵਸਤੂਆਂ ਹਨ ਸਤਿਗੁਰਾਂ ਨੇ ਮੰਗਾਉਣੀਆਂ ਕੀਤੀਆਂ। ਸਾਰੇ ਮਗਜ ਬਦਾਮ ਪਿਸਤੇ ਆਦਿ ਇਹਨਾਂ ਵਿੱਚ ਕੀ ਕੁਝ ਪਾਇਆ ਐ ਕਰ ਪਤੇ ਵਿਦੇਸ਼ ਕੇ ਤਿਸ ਛਿਨ ਨਿਕਸਾਈ। ਇਸ ਤਰ੍ਹਾਂ ਉਹ ਸਾਰੀਆਂ ਵਸਤੂਆਂ ਜਿਹੜੀਆਂ ਜੋ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਚੋਂ ਆਈਆਂ, ਕਿਉਂਕਿ ਜਿਹੜੇ ਦੇਸ਼ਾਂ ਵਿੱਚ ਜਿਹੋ ਜਿਹਾ ਫਲ ਹੁੰਦਾ ਸੀ, ਕਿਸੇ ਇਲਾਕੇ 'ਚ ਬਦਾਮ ਹੁੰਦੇ ਆ, ਕਿਸੇ ਇਲਾਕੇ ਵਿੱਚ ਪਿਸਤੇ ਹੁੰਦੇ ਆ, ਇਹ ਸਾਰੀਆਂ ਚੀਜ਼ਾਂ ਇਹ ਸਾਰੇ ਇਲਾਕਿਆਂ 'ਚੋਂ ਕਸ਼ਮੀਰ ਆਦਿ ਇਲਾਕਿਆਂ 'ਚੋਂ ਉੱਥੇ ਸਿਓ ਹੁੰਦਾ ਬੜਾ। ਤਾਂ ਇਹ ਸਾਰੇ ਇਲਾਕਿਆਂ ਦੀਆਂ ਇਹ ਵਸਤੂਆਂ ਸਤਿਗੁਰਾਂ ਨੂੰ ਲਿਆ ਕੇ ਦਿਖਾਉਣੀਆਂ ਕੀਤੀਆਂ। ਆਨੀ ਤੁਰਤ ਸਮੀਪ ਗੁਰ ਕਰ ਧਰੀ ਨਿਹਾਰੀ। ਸਤਿਗੁਰੂ ਪਾਤਸ਼ਾਹ ਜੀ ਨੇ ਉਹ ਸਰਦਾਈ ਜਿਹੜੀ ਹੈ ਲੈ ਕਰਕੇ ਆਪਣੇ ਹੱਥ ਪਕੜੀ ਹੈ ਔਰ ਛਕ ਲਈ ਹੈ। ਵੈ ਰੰਚਕ ਪਰਮਾਨ ਸਾਮ ਅੰਗੁਰੀਨ ਸੁਧਾਰੀ। ਔਰ ਗੁਰੂ ਪਿਆਰਿਓ ਉਹ ਸਰਦਾਈ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀ ਉਂਗਲ ਨਾਲ ਹਿਲਾ ਕਰਕੇ ਛਕਣਾ ਕੀਤਾ ਹੈ। ਕਰ ਗੁਲ ਕਾਂ ਕਰ ਤਰ ਧਰੀ ਲੈ ਬਹੁਰ ਕਟੋਰਾ। ਔਰ ਹਿਲਾ ਕਰਕੇ ਉਹ ਸਰਦਾਈ ਨੂੰ ਕਟੋਰੇ ਦੇ ਵਿੱਚ ਪਾਇਆ ਹੈ। ਕਰਿਓ ਪਾਨ ਸਰਦਾਈ ਤਬਹਿ ਤੇ ਮਾਦਕ ਜੋਰਾ। ਇਸ ਤਰ੍ਹਾਂ ਉਹ ਸਰਦਾਈ ਜਿਸ ਨੂੰ ਤਿਆਰ ਕੀਤਾ ਜਾਂਦਾ ਰੋਜ਼ ਸਿੰਘ ਛਕਦੇ ਹਨ, ਸਤਿਗੁਰਾਂ ਨੇ ਉਹ ਛਕ ਲਈ ਜੀ। ਕਿਤਕ ਦਿਓਸ਼ ਬੀਤੇ ਜਬ ਹੈ ਇੱਕ ਦਿਨ ਤਬ ਆਈ। ਇਉਂ ਸਮਾਂ ਬਤੀਤ ਹੁੰਦਾ ਗਿਆ।
ਪਤੀ ਬ੍ਰਤਾ ਜੀਤੋ ਸੋ ਬ੍ਰਿਤ ਲੱਜਾ ਅਧਕਾਈ। ਔਰ ਮਾਤਾ ਜੀਤੋ ਜੀ ਨੇ ਬੇਨਤੀ ਕੀਤੀ ਹੈ, ਪਿੱਛੇ ਆਪਾਂ ਸਰਵਣ ਕੀਤਾ, ਮਾਤਾ ਸੁੰਦਰ ਕੌਰ ਜੀ ਨੇ ਬੇਨਤੀ ਕੀਤੀ ਸੀ ਪਾਤਸ਼ਾਹ ਪੁੱਤਰ ਦੀ ਲੋੜ ਹੈ। ਇਸੇ ਤਰ੍ਹਾਂ ਹੀ ਫਿਰ ਦੂਸਰੀ ਸ਼ਾਦੀ ਵੀ ਹੋ ਗਈ ਹੈ। ਮਾਤਾ ਜੀਤੋ ਜੀ ਇਹਨਾਂ ਨੇ ਆ ਕੇ ਬੇਨਤੀ ਕਰੀ ਜੀ, ਪਤੀ ਕੋ ਪਾਏ ਇਕਾਂਤ ਮੈਂ ਕਰ ਜੋਰ ਖਰੀ ਹੈ। ਔਰ ਇਕਾਂਤ ਵਿੱਚ ਆਪਣੇ ਪਤੀ ਦੇ ਕੋਲ ਭਾਵ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆ ਕੇ ਮਾਤਾ ਜੀ ਨੇ ਰੁਕਣਾ ਕੀਤਾ ਹੈ। ਅਵਨੀ ਗੰਤ ਅੰਗੂਠ ਪਾਗ ਤਾਰ ਦ੍ਰਿਸ਼ਟ ਕਰੀ ਹੈ। ਔਰ ਨੀਵੀਂ ਪਾ ਕੇ ਖੜੇ ਹੈ, ਜਿਵੇਂ ਸੁਭਾਅ ਹੁੰਦਾ ਹੈ। ਗੱਲ ਸਤਿਗੁਰੂ ਸ਼ੁਰੂ ਕਰ ਕੋ ਗੱਲ ਕਰਨੀ ਕਿਹੜਾ ਸੌਖੀ ਹੈ ਗੁਰੂ ਸਾਹਿਬਾਨ ਦੇ ਨਾਲ। ਇਸ ਕਰਕੇ ਥੱਲਿਓ ਪੈਰ ਦੇ ਗੂਠੇ ਨਾਲ ਧਰਤੀ ਨੂੰ ਮਾਤਾ ਜੀ ਕੁਝ ਖੜੋਦ ਰਹੇ ਸੀ ਤੇ ਖੜ ਗਏ। ਚਿਤ ਮੈਂ ਦ੍ਰਿੜ ਮੂਰਤ ਸਭ ਬਸੈ ਨਹਿ ਸਮੁਖ ਬਿਲੁਕੈ। ਸਤਿਗੁਰਾਂ ਦੇ ਸੁੰਦਰ ਸਰੂਪ ਦੇ ਵੱਲ ਝਾਕਣਾ ਵੀ ਕਿਹੜਾ ਸੌਖਾ ਸੀਗਾ। ਹਿਰਦੇ ਦੇ ਵਿੱਚ ਸੁੰਦਰ ਸਰੂਪ ਨੂੰ ਵਸਾਇਆ ਹੋਇਆ ਹੈ। ਐਚ ਪ੍ਰੇਮ ਕੀ ਏਕ ਦੇਸ਼ ਦੂਜੇ ਲਜ ਰੁਕੈ। ਔਰ ਇੱਕ ਤਾਂ ਪ੍ਰੇਮ ਹੈ ਪਤੀ ਆ ਉਹਨਾਂ ਦੇ, ਦੂਸਰਾ ਸੰਸਾਰ ਦੀ ਲਾਜ ਹੈ ਜਿਹੜੀ ਉਹ ਰੋਕਦੀ ਹੈ। ਇਸ ਕਰਕੇ ਮਾਤਾ ਜੀ ਸਾਹਮਣੇ ਖੜੇ ਹਨ। ਵੱਡ ਭਾਗਣ ਜਗ ਮਾਤ ਏਮ ਗੁਰ ਕੀ ਪਟਰਾਨੀ। ਇਹ ਵੱਡੇ ਭਾਗਾਂ ਵਾਲੀ ਸਤਿਗੁਰਾਂ ਦੀ ਪਟਰਾਣੀ ਹੈ ਜੀਤੋ। ਮ੍ਰਿਦੁਰ ਸੁਸ਼ੀਲਾ ਗੁਣ ਨਿਧਾ ਸ਼ੁਭ ਮਤ ਮੈਂ ਸਿਆਣੀ। ਔਰ ਬੜੇ ਸਿਆਣੇ ਆ ਮਾਤਾ ਜੀਤੋ ਜੀ ਦੀ। ਜੇ ਗੱਲ ਕਰੀਏ ਤੇ ਇਹਨਾਂ ਨੇ ਵਸਦੇ ਰਸਦੇ ਆਨੰਦਪੁਰ ਸਾਹਿਬ ਦੇ ਸਮੇਂ ਹੀ ਸਤਿਗੁਰਾਂ ਦੇ ਕੋਲੋਂ ਜਿਹੜਾ ਹੈ ਬ੍ਰਹਮ ਗਿਆਨ ਵੀ ਪ੍ਰਾਪਤ ਕਰ ਲਿਆ ਸੀ। ਔਰ ਉਸ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਇਹਨਾਂ ਨੇ ਉਸ ਦਾ ਆਨੰਦ ਵੀ ਸਾਲ ਭਰ ਮਾਣਿਆ ਸੀ। ਇਹ ਖੈਰ ਵਿਚਾਰਾ ਅੱਗੇ ਆਉਣਗੀਆਂ। ਇੱਥੇ ਬੇਨਤੀ ਹੋਰ ਚੱਲ ਰਹੀ ਹੈ। ਪ੍ਰਭ ਕਿਰਪਾਲ ਬਿਲੋਕ ਕਰ ਥਿਰ ਬ੍ਰਹਮ ਵਿਸਾਲਾ। ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਕੋਲ ਖੜੀ ਆਪਣੀ ਅਰਧੰਗਣੀ ਭਾ ਮਾਤਾ ਜੀਤੋ ਜੀ ਨੂੰ ਪੁੱਛਿਆ ਦਇਆ ਵਿੱਚ, ਜਾਨ ਕਾਮਨਾ ਵਾਨ ਮਨ ਬੋਲੇ ਤਿਸ ਕਲ। ਪਾਤਸ਼ਾਹ ਕਹਿੰਦੇ ਆਓ ਘਰ ਵਾਲਿਓ, ਕੀ ਕਾਮਨਾ ਕੀ ਇੱਛਾ ਲੈ ਕੇ ਆਏ ਹੋ? ਘਰ ਵਾਲਨ ਕੀ ਸੁਧ ਕਹਾਂ ਅਬਿਲਾਖਾ ਤੋ ਹੈ। ਘਰ ਵਾਲਿਆਂ ਦਾ ਕੀ ਹਾਲ ਹੈ? ਭਾ ਮਾਤਾ ਜੀਤੋ ਜੀ ਨੂੰ ਘਰ ਵਾਲੇ ਕਹਿ ਕੇ ਪੁੱਛਦੇ ਆ ਤੁਹਾਡਾ ਕੀ ਹਾਲ ਹੈ? ਕਹੋ ਮਨੋਰਥ ਆਪਨੋ ਅਬ ਬਾਂਛਤ ਜੋ ਹੈ। ਹਾਂ ਦੱਸੋ ਕਿਵੇਂ ਆਏ, ਕੀ ਚਾਹੀਦਾ ਹੈ? ਜਿਸ ਹਿਤ ਕਰ ਆਗਵਨ ਕੋ ਥਿਰ ਭਈ ਸਲਾਜਾ। ਜੋ ਹੁਕਮ ਲੈ ਕੇ ਭਾਵ ਜੋ ਕਾਮਨਾ ਜੋ ਇੱਛਾ ਲੈ ਕੇ ਆਈਆਂ ਹੁਣ ਦੱਸਦੇ ਕਿਉਂ ਨਹੀਂ? ਕਹੋ ਸਮਦ ਮੇ ਬਾਰਤਾ ਵਿਦ ਕੋ ਕਾਜਾ। ਦੱਸ ਸਿਆਣੀਏ ਕੀ ਹੁਕਮ ਆਪਣਾ, ਕੀ ਤੇਰੀ ਇੱਛਾ ਹੈ, ਕੀ ਕੰਮ ਹੈ? ਹਾਥ ਬੰਦ ਬੰਦਤ ਬਦਤ ਪ੍ਰਭ ਅੰਤਰ ਜਾਮੀ। ਮਾਤਾ ਜੀਤੋ ਜੀ ਕਹਿਣ ਲਗੇ ਪਾਤਸ਼ਾਹ ਤੁਹਾਨੂੰ ਕੀ ਦਸੀਏ, ਤੁਸੀਂ ਸਭ ਜਾਣਦੇ ਹੋ। ਜਗਤ ਗੁਰੂ ਜਾਨੋ ਸਕਲ ਘਟ ਘਟ ਕੇ ਸੁਆਮੀ। ਤੁਸੀਂ ਤਾਂ ਸੰਸਾਰ ਦੇ ਗੁਰੂ ਹੋ, ਸਭ ਦੇ ਹਿਰਦੇ ਦੀਆਂ ਜਾਣਦੇ ਹੋ। ਚਾਰੋਂ ਚੱਕਨ ਸੰਗਤਾਂ ਚਾਹਤ ਚਿਤ ਪਾਵੈ। ਚਾਰੇ ਦਿਸ਼ਾਵਾਂ ਦੀਆਂ ਚਾਰੇ ਚੱਕਾਂ ਦੀਆਂ ਸੰਗਤਾਂ ਆਉਂਦੀਆਂ, ਜੋ ਚਾਹੁੰਦੀਆਂ ਉਹ ਪ੍ਰਾਪਤ ਕਰ ਲੈਂਦੀਆਂ। ਸਾਂਗ ਰਾਤ ਅਵਨੀ ਜਿਤਕ ਤੁਮ ਚਰਨ ਮਨਾਵੇ। ਸਾਂਗ ਰਾਤ ਸਮੁੰਦਰ ਤੋਂ ਬਗੈਰ ਜਿੰਨੀ ਧਰਤੀ ਹੈ ਤੇ ਧਰਤੀ ਤੇ ਵਸਣ ਵਾਲੇ ਲੋਕ ਤੁਹਾਨੂੰ ਮੰਨਦੇ ਹਨ, ਤੁਹਾਨੂੰ ਪੂਜਦੇ ਹਨ। ਪੁਰਬੋ ਸਭ ਕੀ ਕਾਮਨਾ ਨਹਿ ਊਨ ਖਜ਼ਾਨਾ। ਤੇ ਤੁਸੀਂ ਆਪਣੀਆਂ ਸਾਰੀਆਂ ਸੰਗਤਾਂ ਦੀਆਂ ਇੱਛਾ ਪੂਰੀਆਂ ਕਰਦੇ ਹੋ, ਤੁਹਾਡੇ ਬੇਅੰਤ ਖਜ਼ਾਨੇ ਹਨ। ਏ ਰੋ ਜਸ ਜਸ ਭਾਵਨਾ ਦੇਹੁ ਫਲ ਕਿਮਟਾਨਾ। ਤੇ ਜਿਵੇਂ ਜਿਵੇਂ ਕਿਸੇ ਦੀ ਭਾਵਨਾ ਦੇਖਦੇ ਹੋ ਉਹਨਾਂ ਨੂੰ ਫਲ ਦੇਣਾ ਕਰਦੇ ਹੋ। ਤੇਰੇ ਸਰੀਰ ਕੀ ਮਤ ਗਤੀ ਜਿਵੇਂ ਹੋਏ ਤਿਮ ਜਾਨੋ। ਇਹ ਅਸੀਂ ਤੁਹਾਡੀ ਇਸਤਰੀ ਹਾਂ, ਤੁਹਾਡੀ ਅਰਧੰਗਣੇ ਹਾਂ, ਇਸ ਕਰਕੇ ਸਾਡੀ ਗਤੀ ਨੂੰ, ਦਿਮਾਗ ਦੀ ਮੱਤ ਨੂੰ ਤੁਸੀਂ ਜਾਣਦੇ ਹੋ। ਤੁਹਾਨੂੰ ਕੀ ਕਹੀਏ? ਤੁਮ ਤੇ ਸੁਤ ਸਭ ਤਨ ਲਹਿਓ ਦੁਤਵਾਨ ਮਹਾਨੋ। ਔਰ ਤੁਹਾਡੇ ਰਾਹੀਂ ਮੇਰੀ ਦੂਸਰੀ ਭੈਣ ਦੇ ਘਰ ਪੁੱਤਰ ਹੋ ਗਏ ਹੈ, ਬੜਾ ਸੁੰਦਰ। ਬਿਨ ਨੰਦਨ ਆਨੰਦ ਨਹਿ ਘਰ ਸੁਨ ਸਮਾਨਾ। ਮਹਾਰਾਜ ਮੈਨੂੰ ਵੀ ਪੁੱਤਰ ਦੀ ਲੋੜ ਹੈ, ਪੁੱਤਰ ਤੋਂ ਬਗੈਰ ਮੇਰਾ ਘਰ ਸੁੰਨਾ ਹੈ। ਦੀਪਕ ਕਥਾ ਪ੍ਰਕਾਸ਼ ਕਰਤੇ ਹੈ ਤਿਮ ਕਹਿ ਮਤ ਵੰਨਾ। ਇਸ ਤਰ੍ਹਾਂ ਧੰਨ ਗੁਰੂ
ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਾਤਾ ਜੀ ਇਹ ਬੇਨਤੀ ਕਰਦੇ ਆ ਕਿ ਮੇਰੇ ਘਰ ਵੀ ਪੁੱਤਰ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਘਰ ਦੇ ਵਿੱਚ ਦੀਵਾ ਜਗਦਾ ਤੇ ਸੁੰਦਰਤਾ ਆਉਂਦੀ ਹੈ, ਤੇ ਮਾਨੋ ਪੁੱਤਰ ਦੇ ਕਾਰਨ ਹੀ ਸਾਡੇ ਘਰੇ ਚਾਨਣ ਹੁੰਦਾ ਹੈ। ਉਖਨ ਕਰੇ ਪ੍ਰਕਾਸ਼ ਦਿਨ ਸਭ ਜਗ ਸੁਖ ਪਾਵੈ। ਸੂਰਜ ਚੜ੍ਹਦਾ ਹੈ, ਸਾਰੀ ਦੁਨੀਆ ਜਿਹੜੀ ਹੈ ਸੁਖ ਮਾਣਦੀ ਹੈ। ਰਾਤ ਨੂੰ ਦੀਵਾ ਜਗਾ ਲਈਦਾ ਹੈ। ਨਿਸਕਾ ਦੀਪਕ ਚੰਦ ਹੈ ਤੁਮ ਦੁਖ ਨਸਾਵੈ। ਔਰ ਤਮ ਹੁੰਦਾ ਹੈ ਹਨੇਰਾ, ਹਨੇਰੇ ਦੇ ਦੁੱਖ ਨੂੰ ਰਾਤ ਦਾ ਦੀਵਾ ਚੰਦਰਮਾ ਦੂਰ ਕਰਦਾ ਹੈ। ਭਾਖਿਓ ਕਿਰਪਾ ਨਿਧਾਨ ਕਰ ਸਿੱਖ ਸੰਤਨ ਸੇਵਾ। ਸਤਿਗੁਰੂ ਵੀ ਜਾਨੀ ਜਾਨ ਸਮਝ ਗਏ, ਕਹਿਣ ਲੱਗੇ ਅੱਛਾ ਜੀਤੋ ਜੀ ਸਿੱਖਾਂ ਸੰਤਾਂ ਦੀ ਸੇਵਾ ਕਰਿਆ ਕਰੋ। ਜਨ ਨਾਨਾ ਭਾਂਤ ਕੇ ਦੇ ਬਿਨ ਅਹਮੇਵਾ। ਔਰ ਬਿਨਾਂ ਹੰਕਾਰ ਕੀਤਿਆਂ ਸਿੱਖ ਸੰਗਤਾਂ ਨੂੰ ਜਲ ਪਾਣੀ ਭੋਜਨ ਦੀ ਸੇਵਾ ਕਰਿਆ ਕਰੋ। ਪ੍ਰਾਪਤ ਹੋਏ ਸਭ ਕਾਮਨਾ ਸਤ ਸੰਗਤ ਪਾਸੀ। ਵਾਕਿਆ ਹੀ ਧੰਨ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਮਾਤਾ ਗੰਗਾ ਜੀ ਨੇ, ਤੇ ਉਹਨਾਂ ਨੇ ਇਹ ਵੀ ਨਹੀਂ ਕਿਹਾ ਉੱਥੇ ਕਿ ਹਾਂ ਮੈਂ ਗੁਰੂ ਮੈਂ ਦੇਵਾਂਗਾ। ਉੱਥੇ ਵੀ ਸਤਿਗੁਰ ਨੇ ਐਸੀ ਰੀਤ ਪਾਈ ਕਿ ਬਾਬਾ ਬੁੱਢਾ ਸਿੱਖ ਹੈ ਗੁਰੂ ਨਾਨਕ ਦੇ ਘਰ ਦਾ, ਉਹਦੀ ਜਲ ਪਾਣੀ ਨਾਲ ਸੇਵਾ ਕਰੋ। ਉਹ ਅਰਦਾਸ ਬੇਨਤੀ ਕਰੇ ਤੇ ਜ਼ਰੂਰ ਮਿਲੇਗਾ ਤੁਹਾਨੂੰ ਪੁੱਤ। ਉਸੇ ਤਰ੍ਹਾਂ ਹੀ ਹੋਇਆ। ਇਹੀ ਗੱਲ ਦਸਵੇਂ ਪਾਤਸ਼ਾਹ ਜੀ ਕਹਿੰਦੇ ਆ ਸਿੱਖ ਸੰਗਤ ਦੀ ਸੇਵਾ ਕਰੋ। ਜੇ ਇਹ ਗੱਲ ਸੰਗਤਾਂ ਵਾਸਤੇ ਜ਼ਰੂਰੀ ਹੈ ਤੇ ਸਤਿਗੁਰਾਂ ਨੇ ਆਪਣੇ ਪਰਿਵਾਰ ਨੂੰ ਵੀ ਉਹੀ ਗੱਲ ਦੱਸੀ ਹੈ। ਇਸ ਕਰਕੇ ਮਾਤਾ ਜੀਤੋ ਜੀ ਨੂੰ ਕਹਿੰਦੇ ਹੰਕਾਰ ਤਿਆਗ ਕਰਕੇ ਸੰਗਤ ਦੀ ਸੇਵਾ ਕਰੋ। ਮਹਿ ਆਨੰਦ ਜੁਗ ਲੋਕ ਕਾ ਜੀ ਕਰ ਹੈ ਹੁਲਾਸੀ। ਜੇ ਕੋਈ ਹੰਕਾਰ ਤਿਆਗ ਕੇ ਚਾਅ ਦੇ ਨਾਲ ਹੁਲਾਸ ਹੁੰਦਾ, ਚਾਅ ਦੇ ਨਾਲ ਸੰਗਤਾਂ ਦੀ ਖੁਸ਼ੀ ਦੇ ਨਾਲ ਸੇਵਾ ਕਰੇ, ਦੋਹਾਂ ਲੋਕਾਂ ਦੇ ਆਨੰਦ ਮਿਲ ਜਾਂਦੇ ਐ। ਸੁਣ ਕਰ ਮਾਨਿਓ ਹੁਕਮ ਕਾ ਕਰ ਨਮੋ ਸਿਧਾਰੀ। ਮਾਤਾ ਜੀਤੋ ਜੀ ਨੇ ਹੱਥ ਬਨ ਕੇ ਸਤ ਵਚਨ ਕਿਹਾ, ਕਹਿਣ ਲੱਗੇ ਜੀ ਠੀਕ ਹੈ। ਹਿਤ ਆਹਾਰ ਬਹੁ ਭਾਂਤ ਕੇ ਕਰਵਾਏ ਸਤਿਆਰੀ। ਹੁਣ ਮਾਤਾ ਜੀਤੋ ਜੀ ਨੇ ਖਾਸ ਕਰਕੇ ਲੰਗਰ ਦੇ ਵਿੱਚ ਸੇਵਾ ਕਰਨੀ ਆਪ ਸ਼ੁਰੂ ਕੀਤੀ। ਤਰ੍ਹਾਂ ਤਰ੍ਹਾਂ ਦੇ ਭੋਜਨ ਤਿਆਰ ਕਰਵਾਉਂਦੇ ਐ। ਥਿਤ ਸੰਤ ਸਿੱਖ ਜੇ ਹੁਤੇ ਤਿਨ ਕਉ ਤ੍ਰਿਪਤਾਵੈ। ਜਿਹੜੀਆਂ ਸਿੱਖ ਸੰਗਤਾਂ ਕੋਈ ਸਾਧੂ ਲੋਕ ਆ ਜਾਂਦੇ ਆ, ਉਹਨਾਂ ਨੂੰ ਭੋਜਨ ਛਕਾਉਂਦੇ ਐ। ਮਨ ਮੈਂ ਧਰ ਸੁਖਤਾ ਸੁਤ ਕਾਮਨਾ ਸਤਿਗੁਰੂ ਰਿਝਾਵੈ। ਔਰ ਮਨ ਦੇ ਵਿੱਚ ਇੱਕੋ ਹੀ ਅਰਦਾਸ ਚੱਲਦੀ ਰਹਿੰਦੀ ਹੈ ਕਿ ਮੇਰੇ ਵੀ ਪੁੱਤਰ ਹੋਣਾ ਚਾਹੀਦਾ ਹੈ। ਸਤਿਗੁਰਾਂ ਨੂੰ ਖੁਸ਼ ਕਰਦੀ ਹੈ ਸੰਗਤਾਂ ਦੀ ਸੇਵਾ ਕਰਕੇ, ਕਿਉਂਕਿ ਸਤਿਗੁਰੂ ਪਾਤਸ਼ਾਹ ਕਹਦੇ ਬੇ ਸੰਗਤ ਹਰ ਪ੍ਰਭ ਵਸੈ ਜੀਓ। ਨਿਤ ਨਵੀਨ ਅਨਵਾਏ ਕਰ ਤਿਨ ਚਰਨ ਪਖਾਰੇ। ਨਿਤ ਨਵਾਂ ਪਾਣੀ ਮੰਗਾਉਂਦੇ ਆ ਮਾਤਾ ਜੀ, ਔਰ ਉਹ ਜਲ ਲੈ ਕਰਕੇ ਸੰਗਤਾਂ ਦੇ ਪਹਿਲਾਂ ਚਰਨ ਧੋਂਦੇ ਆ, ਧਵਾਉਂਦੇ ਆ। ਇਹ ਘਰ ਬਿਜਨਾ ਹੱਥ ਮੈਂ ਸੁਖ ਪਾਉਣ ਚੁਲਾਰੇ। ਔਰ ਫਿਰ ਜਿੱਥੇ ਉਹਨਾਂ ਨੂੰ ਪ੍ਰਸ਼ਾਦਾ ਛਕਾਉਂਦੇ ਆ, ਹੱਥਾਂ ਦੇ ਨਾਲ ਹਵਾ ਦੀ ਸੇਵਾ ਵੀ ਕਰਦੇ ਆ। ਇਤਿਆਦਿਕ ਸੇਵਾ ਅਧਿਕ ਕੀਏ ਜੀਤੋ ਰਾਣੀ। ਇਉਂ ਮਾਤਾ ਜੀਤੋ ਜੀ ਨੇ ਸਤਿਗੁਰਾਂ ਦੇ ਬਚਨ ਮੰਨ ਕੇ ਸੰਗਤਾਂ ਦੀ ਜਲ ਪਾਣੀ ਦੀ ਸੇਵਾ ਆਰੰਭ ਕੀਤੇ ਜੇ। ਰੱਬ ਮਨ ਪਰਮ ਪ੍ਰਸੰਨ ਪੇ ਸਾਗਰੇ ਸੁਖ ਦਾਨੀ। ਸਭ ਨੂੰ ਸੁਖ ਦੇਣ ਵਾਲੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਤਾ ਜੀ ਤੇ ਖੁਸ਼ ਹੋ ਗਏ। ਜੀਤਿਓ ਆਦਿਤਵਾਰ ਜਬ ਨਿਸ ਬਿਖੈ ਗੁਸਾਈ। ਇਸ ਤਰ੍ਹਾਂ ਐਤਵਾਰ ਦਾ ਦਿਨ ਲੰਘਿਆ ਤੇ ਰਾਤ ਆਈ ਹੈ ਤੇ ਸਤਿਗੁਰੂ ਮਾਤਾ ਜੀਤੋ ਜੀ ਦੇ ਮਹਿਲਾਂ ਵਿੱਚ ਰਹਿਣ ਲੱਗੇ। ਬਸੇ ਮਹਿਲ ਹਿਤ ਪੁੱਤਰ ਕੇ ਬਸ ਪ੍ਰੇਮ ਸੁਦਾਈ। ਇਸ ਤਰ੍ਹਾਂ ਮਾਤਾ ਜੀਤੋ ਜੀ ਦੀ ਕਾਮਨਾ ਪੂਰੀ ਕਰਨ ਦੇ ਲਈ ਪ੍ਰੇਮ ਦੇ ਸਤਿਗੁਰੂ ਸ੍ਰੀ ਜੀਤੋ ਕੀ ਕਾਮਨਾ ਤਬ ਪੂਰਨ ਕੀਨੀ। ਉਹ ਮਾਤਾ ਜੀਤੋ ਜੀ ਦੀ ਇੱਛਾ ਪੂਰੀ ਹੋਈ ਹੈ। ਧਰਿਓ ਗਰਭ ਹਰਖਤ ਪਈ ਪਾਤੀ ਸੇਵ ਪਰਬੀਨੀ। ਇਉਂ ਉਹਨਾਂ ਦੇ ਗ੍ਰਹਿ ਵਿਖੇ ਵੀ ਪੁੱਤਰ ਹੋਣ ਦੀ ਸੰਭਾਵਨਾ ਬਣ ਗਈ ਹੈ। ਸੰਗਤ ਨੂੰ ਆਪਣੇ ਪਤੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਤਾ ਜੀ ਸੇਵਾ ਕਰਕੇ ਖੁਸ਼ ਕਰਦੇ ਆ। ਇਹਨਾਂ ਦੇ ਘਰ ਫਿਰ ਇਹ ਅਗਲਾ ਪੁੱਤਰ ਜਿਹੜਾ ਸਤਿਗੁਰਾਂ ਦਾ ਦੂਸਰਾ, ਪਹਿਲੇ ਬਾਬਾ ਅਜੀਤ ਸਿੰਘ ਜੀ, ਦੂਸਰੇ ਜੁਝਾਰ ਸਿੰਘ ਜੀ, ਇਹ ਕਿਵੇਂ ਪ੍ਰਗਟ ਹੁੰਦੇ ਆ ਇਹ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦੇ ਅਨੇਕਾਂ ਅੱਖਰ ਬਾਅਦ ਕਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनाश। हे पूरन हे सर्व मैं दुख
ਭੰਜਨ ਗੁਣ ਤਾਸ ਏ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜੋ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀਹੋ ਵਨਹਾਰ ਹੇ ਸੰਤ ਕੈ ਸਦਾ ਸੰਗ ਦਾਰਾ ਆਧਾਰ ਹੇ ਠਾਕੁਰ ਹਉ ਦਾਸਰੋ ਹੈ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕਾ ਖਾਲਸਾ